ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਕੀ ਸੰਗਤ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਤੱਖ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਸਿੱਖ ਬੋਲ ਨਹੀਂ ਦੇਣਾ ਸਕਦਾ। ਗੁਰੂ ਦੇ ਭਵ ਦੇ ਵਿੱਚ ਜਿਉਣ ਵਾਲੇ ਬੰਦੇ ਜਾਣਦੇ ਆ ਕਿ ਗੁਰੂ ਦੀ ਹਜ਼ੂਰੀ ਵਿੱਚ ਬਹੁਤਾ ਬੋਲਿਆ ਜਾ ਹੀ ਨਹੀਂ ਸਕਦਾ। ਗੁਰੂ ਨੂੰ ਸਿਰਫ ਸੁਣੀਦਾ। ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ, ਕਥਾ ਦੇ ਰੂਪ ਦੇ ਵਿੱਚ, ਗੁਰਬਾਣੀ ਪਾਠ ਦੇ ਰੂਪ ਦੇ ਵਿੱਚ। ਫਿਰ ਵੀ ਆਪਾਂ ਅੱਜ ਜਿੱਥੇ ਜੁੜੇ ਆ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਪਏ। ਉਹ ਸਿੱਖ ਯੋਧੇ ਜਿਨ੍ਹਾਂ ਨੇ ਜ਼ੁਲਮ ਝੱਲਿਆ, ਜਾਂਬਾਜ਼ੀ ਦਿਖਾਈ, ਸ਼ਹਾਦਤ ਪਾਈ, ਅਤੇ ਇਸ ਤੋਂ ਨਾਲ ਹੀ ਸਿੱਖ ਰੂਪ ਦੇ ਵਿੱਚ ਸਿੱਖ ਕੌਮ ਦਾ ਰਾਜ ਭਾਗ, ਆਜ਼ਾਦ ਪ੍ਰਭੂ ਸੱਤਾ ਸੰਪੰਨ ਮੁਲਕ ਖਾਲਿਸਤਾਨ ਦੀ ਨੀਂਹ ਰੱਖੀ ਗਈ। ਇਸ ਨੀਂਹ ਪ੍ਰਤੀ ਕਈ ਤਰ੍ਹਾਂ ਦੇ ਭੁਲੇਖੇ ਪਾਏ ਗਏ। ਸਰਕਾਰ ਵੱਲੋਂ ਬੰਦੇ ਅੱਜ ਵੀ ਖੜੇ ਕੀਤੇ ਜਾਂਦੇ ਹਨ ਜਿਹੜੇ ਇਸ ਪਵਿੱਤਰ ਮਕਸਦ ਨੂੰ ਧੁੰਦਲਾ ਕਰਨਾ ਚਾਹੁੰਦੇ ਨੇ। ਉਹ ਨਾ ਤਾਂ 37 ਸਾਲਾਂ ਦੇ ਵਿੱਚ ਸਫਲ ਹੋ ਸਕੇ ਤੇ ਨਾ ਹੀ ਸਫਲ ਹੋ ਸਕਣਗੇ। ਕਿਸੇ ਵੇਲੇ ਪੂਰਨ ਆਜ਼ਾਦੀ ਕਿਹਾ ਗਿਆ, ਖੁਦ ਮੁਖਤਿਆਰੀ ਕਿਹਾ ਗਿਆ, ਪਰ ਨਹੀਂ। ਜਿਹੜਾ ਨਿਸ਼ਾਨਾ ਬਾਬਾ ਏ ਕੌਮ ਦੇ ਰੂਪ ਦੇ ਵਿੱਚ ਜਿਵੇਂ ਮੁਸਲਮਾਨ ਪਾਕਿਸਤਾਨ ਦੀ ਧਰਤੀ ਦੇ ਉੱਤੇ ਮੁਹੰਮਦ ਅਲੀ ਜਿਨਾਹ ਨੂੰ ਕਾਇਦੇ ਆਜ਼ਮ ਵਜੋਂ ਚੇਤੇ ਕਰਦੇ ਆ ਅਤੇ ਉਹ ਮੁਸਲਮਾਨਾਂ ਲਈ ਮੁਬਾਰਕ। ਮੈਂ ਕੋਈ ਆਪਸ 'ਚ ਸੰਤੋਲ ਨਹੀਂ ਕਰ ਰਿਹਾ, ਪਰ ਕੌਮ ਦੀ ਆਜ਼ਾਦੀ ਦਾਤਾ ਉਹ ਸੰਤ ਜਰਨੈਲ ਸਿੰਘ ਦੇ ਰੂਪ ਦੇ ਵਿੱਚ ਉਭਰੇ। ਸਿੱਖ ਹਜ਼ੂਰ ਸਾਲਾ ਕਲਕੱਤਾ ਤੋਂ ਛਪਦਾ, ਕਲਕੱਤੇ ਤੋਂ ਮਈ 1984 ਦੇ ਵਿੱਚ ਸ਼ਹੀਦ ਜਨਰਲ ਸ਼ਮੀਕ ਸਿੰਘ ਹੋਣਾ ਦੀ ਇੰਟਰਵਿਊ ਦੇ ਛਪੀ। ਉਹ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿੱਛੋਂ ਸੈਂਕੜੇ ਸਦੀਆਂ, ਸੈਂਕੜੇ ਸਾਲਾਂ ਦੇ ਪਿੱਛੋਂ ਜੇ ਕੋਈ ਸਿੱਖ ਆਗੂ ਦੇ ਰੂਪ ਦੇ ਵਿੱਚ ਸਿੱਖਾਂ ਦੀ ਪੂਰਨ ਆਜ਼ਾਦੀ ਦੀ ਗੱਲ, ਜਿੱਥੇ ਰਾਜ ਭਾਗ ਦੀ ਗੱਲ ਨੂੰ ਕਰਨ ਲਈ ਉਭਰਿਆ ਤੇ ਸੰਤ ਜਰਨੈਲ ਸਿੰਘ ਹੈ। ਅਜਿਹੇ ਨਿਰਦੇਸ਼ ਦੇ ਨਾਲ ਉਹ ਸਿੰਘ ਜੂਝੇ। ਕੌਮ ਦੀ ਜਿਹੜੀ ਇਸ ਵੇਲੇ ਦੀ ਜਦੋਜਹਿਦ ਹੈ ਉਹ ਸਿੱਧ ਪਿਆ। ਅਸੀਂ ਇਸ ਰੂਪ ਦੇ ਵਿੱਚ ਆਪਣੇ ਆਪ ਨੂੰ ਸਵੀਕਾਰ ਨਹੀਂ ਕਰਦੇ ਕਿ ਅਸੀਂ ਸਦਾ ਹੀ ਭਾਰਤ ਦੇ ਗੁਲਾਮ ਰਹਿ ਕੇ ਇੱਥੇ ਦਿਨ ਕੱਢੀ ਜਾਣੇ ਆ। ਬਾਕੀ ਇੱਥੇ ਜਿਹੜੇ ਇਸ ਜਗ੍ਹਾ ਤੇ ਆਪਾਂ ਖੜੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਭਾਈ ਗੋਬਿੰਦ ਸਿੰਘ ਤੇ ਇਹਨਾਂ ਦੇ ਸਾਥੀਆਂ ਨੇ ਜਿਹੜਾ ਉਪਰਾਲਾ ਕੀਤਾ, ਇਹਨਾਂ ਕਰਨਾ ਹੀ ਸੀ। ਇਹਨਾਂ ਦੇ ਮਨਾਂ ਦੇ ਅੰਦਰ, ਦਿਲਾਂ ਦੇ ਅੰਦਰ, ਦਿਮਾਗ ਦੇ ਅੰਦਰ ਹੀ ਗੱਲਾਂ ਚੱਲਦੀਆਂ ਨੇ। ਇਹਨਾਂ ਨੇ ਕੁਛ ਕਰਦੇ ਹੀ ਰਹਿਣਾ, ਇਹਨਾਂ ਦੇ ਸਾਥੀਆਂ ਨੇ ਕੁਝ ਕਰਦੇ ਹੀ ਰਹਿਣਾ। ਬੰਦੇ ਦਾ ਸੇਧ ਦੇ ਰੂਪ ਦੇ ਵਿੱਚ ਸੁਭਾਅ ਬਣ ਜਾਂਦਾ ਕਿ ਉਹਨੇ ਇਹ ਐਕਟੀਵਿਟੀਜ਼ ਕਰਨੀਆਂ, ਐਕਟਿਵਿਜ਼ਮ ਦੇ ਵਜੋਂ, ਕਾਰਕੁਨ ਦੇ ਵਜੋਂ। ਜ਼ਿੰਮੇਵਾਰੀ ਦਸਮ ਪਾਤਸ਼ਾਹ ਤੁਹਾਡੇ ਤੇ ਆਇਦ ਕਰਦਾ ਤੇ ਤੁਸੀਂ ਲਗਾਤਾਰ ਲੱਗੇ ਰਹਿੰਦੇ ਹੋ। ਇਸ ਤੋਂ ਅਗਲੀ ਗੱਲ ਵਿਸ਼ੇਸ਼ਤਾ ਦੇ ਰੂਪ ਦੇ ਵਿੱਚ ਇਹ ਗੱਲ ਕਹਿਣੀ ਪੈਂਦੀ ਆ ਕਿ ਅਸੀਂ ਧੰਨਵਾਦੀ ਹਾਂ ਸਾਰੇ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ। ਕਿਉਂ ਕਹਿਣਾ ਪੈ ਰਿਹਾ? ਕਿਉਂਕਿ ਗੁਰਦੁਆਰਿਆਂ ਦੇ ਵਿੱਚੋਂ ਲਿਬਰੇਸ਼ਨ ਦੀ ਗੱਲ ਨਹੀਂ ਚੱਲ ਰਹੀ, ਆਜ਼ਾਦੀ ਦੀ ਗੱਲ ਗੁਰਦੁਆਰਿਆਂ 'ਚੋਂ ਨਹੀਂ ਚੱਲ ਰਹੀ ਜੋ ਚੱਲਣੀ ਚਾਹੀਦੀ ਆ। ਭਾਰਤ ਦੇ ਵਿੱਚ ਸਥਾਪਿਤ ਰਾਜਸੀ ਤਾਕਤਾਂ ਦਾ ਦਬਾਅ ਇੰਨਾ ਜ਼ਿਆਦਾ ਕਿ ਤੁਸੀਂ ਰਾਜ ਭਾਗ ਦੀ ਗੱਲ ਕਰੋ ਤਾਂ ਗੁਰਦੁਆਰੇ ਦੇ ਸਿੱਖ ਉੱਠ ਕੇ ਖੜੇ ਹੋ ਜਾਂਦੇ ਆ। ਤੁਹਾਡੇ ਕੋਲ ਮਾਈਕ ਖੋਲ ਲੈਂਦੇ ਆ, ਕਿਹੜੇ ਵੀ ਸਿਆਸੀ ਗੱਲ ਨਾ ਕਰੋ। ਕਿਉਂ ਨਾ ਕਰੀਏ? ਉਹਨਾਂ ਨੂੰ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਝੁਲਦੇ ਇਕੱਠੇ ਨਹੀਂ ਦਿਸਦੇ। ਜਿਸ ਬਾਬੇ ਕੌਮ ਦੇ ਲਈ ਆਪਾਂ ਅੱਜ ਇਕੱਠੇ ਹੋਏ ਆ, ਉਹਨਾਂ ਦੀ ਸ਼ਹਾਦਤ 6 ਜੂਨ 1984 ਦੇ ਦੌਰਾਨ
ਸਵੇਰ ਦੇ 9:30 ਵਜੇ ਕਿੱਥੇ ਹੋਈ? ਦੋ ਨਿਸ਼ਾਨ ਸਾਹਿਬਾਂ ਦੇ ਵਿੱਚ ਮੀਰੀ ਤੇ ਪੀਰੀ ਦੇ ਸਵੇਰ ਦੇ ਵਿਚਾਲੇ ਸਾਡੇ ਜਰਨੈਲ ਸਿੰਘ ਦੀ ਸ਼ਹਾਦਤ ਹੋਈ ਆ। ਅਸੀਂ ਉਹ ਸ਼ਹਾਦਤ ਨੂੰ ਚੇਤੇ ਕਰ ਰਹੇ ਹਾਂ। ਇਸ ਤੋਂ ਅੱਗੇ ਅਸੀਂ ਉਸ ਦੌਰ 'ਚ ਦਾਖਲ ਹੋ ਚੁੱਕੇ ਹਾਂ ਜਿਹਨੂੰ ਅਸੀਂ ਆਧੁਨਿਕ ਤੇ ਤਕਨੀਕੀ ਜੋ ਕਹਿੰਦੇ ਆ। ਪੁਰਾਣੇ ਸਮਿਆਂ ਦੇ ਵਿੱਚ ਇੱਕ ਸਿੱਖ ਦੀ ਗੱਲ ਦੂਸਰੇ ਸਿੱਖ ਤੱਕ ਬਹੁਤ ਮੁਸ਼ਕਲ ਪਹੁੰਚਦੀ ਸੀ। ਇਸ ਜਲੰਧਰ ਇਲਾਕੇ ਦੇ ਵਿੱਚ ਲੋਕ ਬਹੁਤੇ ਪਰਦੇਸੀ ਹੋ ਚੁੱਕੇ ਆ। ਆਪਣੇ ਪੱਤਰਕਾਰ ਵੀ ਕਹਿ ਕੇ ਗਏ ਤੇ ਫਿਰ ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਨੇ ਗੱਲ ਜਿਹੜੀ ਕਹੀ ਆ ਕਿ ਇੱਥੋਂ ਲੋਕ ਉਜੜ ਰਹੇ ਆ। ਸਿਸਟਮੈਟਿਕਲ ਤਰੀਕੇ ਨਾਲ, ਢਾਂਚਾਗਤ ਤਰੀਕੇ ਨਾਲ ਸਾਡੀ ਹਿਜਰਤ ਹੋ ਰਹੀ ਹੈ। ਪੰਜਾਬ ਉਜੜ ਰਿਹਾ, ਪੰਜਾਬ ਖੁਰ ਰਿਹਾ। ਪੰਜਾਬ ਪ੍ਰੋਫੈਸਰ ਗੋਬਿੰਦ ਸਿੰਘ ਜੀ ਕਹਿੰਦੇ ਕਿ ਜਿਉਂਦਾ ਗੁਰਾਂ ਦੇ ਨਾਮ ਤੇ ਉਸ ਨੂੰ ਉਜਾੜਿਆ ਜਾ ਰਿਹਾ। ਸਾਨੂੰ ਆਪਣੀ ਧਰਤੀ ਪ੍ਰਤੀ ਫਿਕਰਮੰਦ ਹੋਣਾ ਚਾਹੀਦਾ। ਜਿਹੜੀ ਗੱਲ ਮੈਂ ਪਰਦੇਸੀ ਰੂਪ 'ਚ ਸ਼ੁਰੂ ਕੀਤੀ ਕਿ ਪਹਿਲਾਂ ਸਮਿਆਂ ਦੇ ਵਿੱਚ 25 ਤੋਂ 30 ਸਾਲ ਪਹਿਲਾਂ ਜਿਹੜੇ ਕਮਿਊਨੀਕੇਸ਼ਨ ਦੇ ਸੰਚਾਰ ਦੇ ਮਾਧਿਅਮ ਸਨ, ਚਿੱਠੀ ਦੇ ਰੂਪ ਸਨ, ਟੈਲੀਫੋਨ ਦੇ ਰੂਪ 'ਚ ਆਏ, ਤਾਂ ਵੱਧ ਤੋਂ ਵੱਧ ਰੇਡੀਓ ਜਾਂ ਟੀਵੀ ਸੀ। ਜਿਹੜਾ ਝੂਠ ਇੱਕ ਵਾਰ ਸਥਾਪਿਤ ਕਰ ਦਿੱਤਾ ਜਾਂਦਾ ਸੀ ਉਸ ਨੂੰ ਤੋੜਨ ਦੇ ਲਈ ਦਹਾਕੇ ਲੱਗ ਜਾਂਦੇ ਸਨ। ਪਰ ਹੁਣ ਨਹੀਂ, ਹੁਣ ਸੱਚ ਤੇ ਝੂਠ ਦਾ ਨਤਾਰਾ ਕਰਨਾ ਕੁਝ ਕੁ ਸੌਖਾ ਹੋ ਗਿਆ। ਸਮਾਜਿਕ ਮਾਧਿਅਮ ਦੇ ਉੱਤੇ ਜਿਵੇਂ ਅਸੀਂ ਹੁਣ ਗੱਲ ਕਰ ਰਹੇ ਹਾਂ, ਸਾਡੀ ਨਾਲ ਦੀ ਨਾਲ ਗੱਲ ਸਾਰੇ ਸੰਸਾਰ 'ਚ ਪਹੁੰਚ ਰਹੀ ਹੈ। ਇਹ ਕਿਵੇਂ ਪਹੁੰਚ ਰਹੀ ਹੈ? ਤਬਦੀਲੀਆਂ ਆਈਆਂ। ਇਹਨਾਂ ਤਬਦੀਲੀਆਂ ਦੇ ਵਿਚਾਲੇ, ਇਹਨਾਂ ਤਕਨੀਕ ਦੇ ਯੁੱਗ ਦੇ ਵਿਚਾਲੇ ਤੁਸੀਂ ਇਹਨਾਂ ਸਾਧਨਾਂ ਨੂੰ ਬੜੀ ਇਹਦੀ ਸਹੀ ਵਰਤੋਂ ਕਰੋ, ਸਵਰਤੋਂ ਕਰੋ। ਮੈਂ ਖਾਸ ਤੌਰ ਤੇ ਕਹਾਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, WhatsApp ਵਰਗੇ ਜਿਹੜੇ ਸਾਧਨ ਨੇ ਇਹਨਾਂ ਦੀ ਵਰਤੋਂ ਸਿੱਖਦੇ ਕਿਵੇਂ ਕਰਨੀ ਹੈ। ਇਹ ਨਾ ਹੋਵੇ ਕਿ ਅਸੀਂ ਵਰਤੇ ਜਾ ਰਹੇ ਹੋਈਏ। ਬੜੇ ਨਵੀਂ ਵੀ ਬਣਾਏ ਜਾਂਦੇ ਆ ਜਿਹੜੇ ਤੁਹਾਨੂੰ ਉਸ ਰੂਪ ਦੇ ਵਿੱਚ ਲੈ ਕੇ ਜਾਂਦੇ ਆ ਕਿ ਤੁਸੀਂ ਰਾਸ਼ਟਰਵਾਦ, ਭਾਰਤੀ ਰਾਸ਼ਟਰਵਾਦ ਦੇ ਰੂਪ 'ਚ ਰੰਗੇ ਜਾਓ। ਉਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ। ਤੁਸੀਂ ਜਾਣਕਾਰੀ ਕਿੱਥੋਂ ਹਾਸਲ ਕਰਨੀ ਆ, ਇਸ ਪ੍ਰਤੀ ਬਹੁਤ ਹੀ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ। ਸਿੱਖਾਂ ਦੇ ਖਬਰਾਂ ਦੇ ਅਦਾਰੇ ਜਿਨ੍ਹਾਂ ਦੇ ਤੁਸੀਂ ਯਕੀਨ ਕਰ ਸਕੋ, ਤੁਸੀਂ ਸਿਰਫ ਉਹਨਾਂ ਦੀ ਹੀ ਖਬਰ ਸੁਣਨੀ ਆ, ਦੂਸਰੀ ਨਹੀਂ ਸੁਣਨੀ। ਦੂਸਰੀ ਉਹਨਾਂ ਬੰਦਿਆਂ ਨੇ ਸੁਣਨੀ ਆ ਜਿਨ੍ਹਾਂ ਨੇ ਉਹਦਾ ਤੋੜ ਕੱਢ ਲੈਣਾ। ਜਾਂ ਤੁਹਾਡੀ ਸਮਝ ਵਿਕਸਿਤ ਹੋ ਗਈ ਹੋਵੇ, ਤੁਸੀਂ ਸੱਚ ਝੂਠ ਨੂੰ ਪਛਾਣਨ ਦੇ ਯੋਗ ਹੋ ਜਾਵੋ, ਫਿਰ ਤੁਸੀਂ ਸੁਣ ਸਕਦੇ ਹੋ ਜਾਂ ਉਹਦਾ ਜਵਾਬ ਦੇਣਾ ਜਾਣੋ। ਬਹੁਤ ਜ਼ਿਆਦਾ ਲੋੜ ਸਾਨੂੰ ਆਪਣੇ ਤੌਰ ਤੇ ਸਿੱਖ ਮੀਡੀਆ ਦੀ ਹੈ, ਕਿਉਂਕਿ ਤੁਹਾਡੀ ਗੱਲ ਕਰਨ ਵਾਸਤੇ ਕਿਸੇ ਨੇ ਢਾਕੇ ਬਗਾਲੇ ਤੋਂ ਨਹੀਂ ਆਉਣਾ। ਤੁਹਾਨੂੰ ਆਪਣੀ ਗੱਲ ਆਪ ਕਰਨੀ ਪੈਣੀ ਹੈ, ਜਿਵੇਂ ਅੱਜ ਕਰ ਰਹੇ ਹਾਂ। ਅਸੀਂ ਇਸ ਮਹੱਤਤਾ ਨੂੰ ਸਮਝੀਏ। ਜਿਹੜਾ ਸਾਡਾ ਰੋਹ ਆ, ਸਾਡੇ ਅੰਦਰ ਬਹੁਤ ਰੋਹ ਪਿਆ ਹੋਇਆ, ਉਸ ਨੂੰ ਰਾਜਸੀ ਤੌਰ ਤੇ ਅਸੀਂ ਕਿਵੇਂ ਉਭਾਰਾਂਗੇ। ਰਾਜਸੀ ਤੌਰ ਦਾ ਅਰਥ ਇਹ ਨਹੀਂਗਾ ਕਿ ਅਸੀਂ ਕੋਈ ਡੈਮੋਕ੍ਰੇਸੀ ਤੌਰ ਤੇ ਭਾਰਤੀ ਸਥਾਪਤੀ ਨੂੰ ਮਜ਼ਬੂਤ ਕਰਨ ਤੋਂ ਪੈਣਾ। ਆਪਾਂ ਜਿਹੋ ਜਿਹੇ ਨਹੀਂ ਆ। ਜੇ ਭਾਰਤੀ ਸਥਾਪਤੀ ਨੂੰ ਮਜ਼ਬੂਤ ਕਰਾਂਗੇ ਤੇ ਅਸੀਂ ਇਹਦੇ ਇੱਕ ਟੂਲ ਸੰਦ ਬਣ ਕੇ ਰਹਿ ਜਾਵਾਂਗੇ। ਅਗਲੀ ਗੱਲ, ਆਸਪੰਦ ਰਹਿਣਾ ਚਾਹੀਦਾ, ਨਿਰਾਸ਼ਾ ਨਾ ਚਾਹੀਏ। ਜੇ ਤੋੜਨਾ ਤਾਂ ਇਹ ਮਨ 'ਚ ਰੱਖੋ ਕਿ ਹੋਰਾਂ ਨੂੰ ਨਾਲ ਤੋੜਨਾ, ਦੀਵੇ ਤੋਂ ਦੀਵਾ ਜਗਾਉਣਾ। ਜੇ ਸਾਡੀਆਂ ਦਾੜੀਆਂ ਚਿੱਟੀਆਂ ਹੋਣ ਲੱਗ ਪਈਆਂ ਤੇ ਆਪਾਂ ਕਾਲੀ ਦਾੜੀਆਂ ਵਾਲਿਆਂ ਦੀ ਹੋਰ ਪਛਾਣ ਕਰੀਏ। 16, 17, 18, 19, 20 ਸਾਲ ਦੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਕੇ ਧਰਮ ਵਾਲੇ ਪਾਸੇ ਲਾਈਏ। ਉਹਨਾਂ ਨੂੰ 1978 ਤੋਂ ਲੈ ਕੇ 84, 86, 88 ਜੋ ਕੁਝ ਸਾਡੇ ਨਾਲ ਵਾਪਰਦਾ ਰਿਹਾ ਉਹਦੇ ਬਾਰੇ ਜਾਣਕਾਰੀਆਂ ਲਈਏ। ਸਾਡੇ ਤੋਂ ਪਹਿਲੀ ਪੀੜ੍ਹੀ ਨੇ ਕੰਮ ਕੀਤਾ, ਭਾਈ ਨਰੈਣ ਸਿੰਘ ਚੌੜਾ ਹੋਣਾ ਨੇ ਕੰਮ ਕੀਤਾ, ਸਰਦਾਰ ਬਲਜੀਤ ਸਿੰਘ ਖਾਲਸਾ ਨੇ ਕੀਤਾ, ਸਰਬਜੀਤ ਸਿੰਘ ਮਾਨ ਨੇ ਕੀਤਾ, ਇਹ ਜੀ ਸਰਦਾਰ ਗੁਰਦੇਵ ਸਿੰਘ ਵਰਗਿਆਂ ਨੇ ਕੀਤਾ ਜਾਂ ਹੋਰਾਂ ਨੇ ਨਹੀਂ ਕੀਤਾ। ਉਹਨਾਂ ਦਾ ਕੀਤਾ ਹੋਇਆ ਕੰਮ ਕਿਤਾਬਾਂ ਦੇ ਰੂਪ ਦੇ ਵਿੱਚ ਅੱਜ ਸਾਡੇ ਕੰਮ ਆ ਰਿਹਾ। ਅਸੀਂ ਉਹਨਾਂ ਗੱਲਾਂ ਚੋਂ ਤੱਥ ਲੈ ਕੇ ਗੱਲ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ। ਗੱਲ ਰੱਖ ਰਹੇ ਹਾਂ, ਉਸ ਦਾ ਅਸਰ ਹੋ ਰਿਹਾ, ਕਿਉਂਕਿ ਤੱਥਾਂ ਤੋਂ ਬਿਨਾਂ ਤੁਸੀਂ ਗੱਲ ਨਹੀਂ ਕਰ ਸਕਦੇ। ਤੱਥ ਦੇ ਰੂਪ ਦੇ ਵਿੱਚ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਕੇ ਗੱਲ ਸਮਝਾਉਣੀ ਚਾਹੁੰਦਾ। ਸਰਦਾਰ ਭਗਵੰਤ ਸਿੰਘ ਦੀ ਗੱਲ ਕਰਨੀ ਚਾਹੂੰਗਾ। ਅੱਜ ਸਵੇਰੇ
ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਤੋਂ ਜਦੋਂ ਬਾਹਰ ਨਿਕਲਿਆ ਤਾਂ ਇੱਕ ਸਿੰਘ ਮਿਲਿਆ। ਅਜਨਾਲੇ ਲੱਗੇ ਨਾ ਮੇਰਾ ਮਿੱਤਰ ਪੁਰਾਣਾ ਬੰਦੇ ਦੀ ਕੌਮ ਵਾਸਤੇ ਦੇ ਰਿਹਾ। ਜਦੋਂ ਕਿਸੇ ਕੌਮ ਨੂੰ ਨਿੱਕੇ ਨਿੱਕੇ ਰੂਪ ਦੇ ਵਿੱਚ ਜਿੱਤਾਂ ਪ੍ਰਾਪਤ ਨਹੀਂ ਹੁੰਦੀਆਂ ਤੇ ਨਿਰਾਸ਼ਾ ਫੈਲਣ ਲੱਗਦੀ ਆ, ਪਰ ਸਮਰਪਿਤ ਬੰਦੇ ਕਦੇ ਨਿਰਾਸ਼ ਨਹੀਂ ਹੁੰਦੇ। ਉਹ ਇਹ ਸੋਚਦੇ ਆ ਮੈਂ ਇਕੱਲਾ ਘਰੋਂ ਤੁਰਿਆ ਸਾਂ, ਮੈਂ ਸ਼ਹਾਦਤ ਤੱਕ ਜਾਂ ਜਿੱਤ ਤੱਕ ਤੁਰਦੇ ਰਹਿਣਾ। ਇਹ ਗੁਰੂ ਨਾਲ ਵਚਨਬੱਧਤਾ, ਇਹ ਦਸਵੇਂ ਪਾਤਸ਼ਾਹ ਦਾ ਥਾਪੜਾ ਜਿਹਨਾਂ ਨੂੰ ਪ੍ਰਾਪਤ ਹੁੰਦਾ ਬਹੁਤ ਥੋੜੇ ਹੁੰਦੇ ਆ, ਸਾਰੇ ਨਹੀਂ ਹੋ ਸਕਦੇ। ਉਹ ਭੀਨਾਂ 'ਚ ਨਹੀਂ ਹੋ ਸਕਦੇ, ਬਹੁਤ ਥੋੜੇ ਹੁੰਦੇ ਆ। ਉਹ ਬੰਦਾ ਕਹਿਣ ਲੱਗਾ ਸੱਜਣਾ ਮੇਰਾ, ਕਹਿੰਦਾ ਕੋਈ ਫਾਇਦਾ ਥੋੜਾ ਐਵੇਂ ਕਦੇ ਨਾਰੇ ਲਾਈ ਜਾਣੇ, ਇਹਦਾ ਖਾਲਸਾ ਦੇ ਨਾਰੇ ਲਾਏ ਖਾਲਸਾ ਮਿਲ ਜੂ। ਹੁਣ ਭਾਈ ਸਿੰਘੋ ਤੁਸੀਂ ਵਿਚਾਰ ਰਹੇ ਹੋ, ਗੁਰੂ ਦੀ ਗੋਦ 'ਚ ਬੈਠੇ ਆ, ਗੁਰਬਾਣੀ ਪੜ੍ਹੋ, ਵਾਰ ਵਾਰ ਉਪਦੇਸ਼ ਦਾ ਨਾਮ ਜਪਣ ਦਾ, ਵਾਹਿਗੁਰੂ ਵਾਹਿਗੁਰੂ ਜਪ ਦੇਣਾ। ਤੁਸੀਂ ਅਕਾਲ ਪੁਰਖ ਦੇ ਵਿੱਚ ਉਹ ਸਮਾਂ ਆਜੂਗਾ ਜਦੋਂ ਭੇਦ ਹੋ ਜਾਣਾ, ਜਪੋ ਕਿਤੇ ਭੇਦ ਹੋਣਾ। ਰਾਜਸੀ ਨਿਸ਼ਾਨਾ ਸਾਡਾ ਖਾਲਿਸਤਾਨ ਦਾ, ਆਪਾਂ ਕੋਈ ਝਾਕੇ ਗੱਲ ਨਹੀਂ ਕਰਨੀ। ਪਹਿਲੀ ਸ਼ਰਤ ਇਹ ਆ, ਰਾਜ ਭਾਗ ਦੀ ਗੱਲ ਇੱਕ ਠੋਕ ਕੇ ਕਰੋ, ਕਿਸੇ ਇੱਕ ਚੀਜ਼ ਨੂੰ ਜਿੱਤੇ ਕਰ ਲਓ। ਜਦੋਂ ਉਹਦੀ ਜਾਨ ਨਿਕਲੀ ਹੋਊਗੀ ਤੇ ਉਹ ਖਾਲਿਸਤਾਨ ਪ੍ਰਤੀ ਕਿੰਨਾ ਸਮਰਪਿਤ ਹੋਊਗਾ। ਉਹਨੂੰ ਟੌਰਚਰ ਕੇਂਦਰ 'ਚ ਮਾਰਿਆ ਹੋਵੇ ਜਾਂ ਕਿਸੇ ਮੁਕਾਬਲੇ 'ਚ ਜਾਂ ਸਾਹਮਣੇ ਆਰ-ਪਾਰ ਦੀ ਲੜਾਈ 'ਚ ਜੂਝਦਾ ਸਿੰਘ ਸ਼ਹੀਦ ਹੋਇਆ ਹੋਵੇ, ਉਹ ਕਿੰਨਾ ਸਮਰਪਿਤ ਸੀ। ਉਹਦਾ ਵੀ ਟੱਬਰ ਸੀ, ਉਹ ਵੀ ਸਾਡੇ ਨੂੰ ਜ਼ਿੰਦਗੀ ਜਿਉਣਾ ਚਾਹੁੰਦਾ ਸੀ, ਸੁੱਖ ਰੰਗ ਮਾਣਨੇ ਚਾਹੁੰਦਾ ਸੀ, ਪਰ ਸਾਡੇ ਸ਼ਹੀਦਾਂ ਨੇ ਮਰਨਾ ਪ੍ਰਮਾਣ ਕਰ ਲਿਆ। ਜੇ ਉਹ ਯੁੱਗ ਨਾਲ ਜਿਉਣੇ ਆ, ਸਾਨੂੰ ਕੀ ਹੋ ਚੱਲਿਆ? ਕੀ ਆ ਝੂਠੇ ਪਰਦੇ ਜੁਗੇ ਪੀਏ ਐਨਾ ਇਹ ਲੈ ਲੂ, ਇਹ ਤੁਹਾਡੇ ਕੀ ਹੋ ਜੂ? 2 4 ਸਾਲ 5 ਸਾਲ 10 ਸਾਲ ਤੁਹਾਡੇ ਸਫਲ ਹੀ ਹੋਣਗੇ। ਆ ਕਰੋ ਤੇ ਆ ਹੀ ਲਵਾਂਗੇ। ਸਾਡੇ ਯੋਧੇ ਆਉਣੇ ਆ ਨਾ ਵਾਪਸ, ਜਿਹੜੇ ਅੱਜ ਇਹਨਾਂ 'ਚ ਨੇ। ਨਿਚੱਕ ਹੋ ਕੇ ਗੱਲ ਕਰੋ, ਖੌਫ ਮਨਾਂ ਦੇ ਵਿੱਚੋਂ ਕੱਢੋ, ਨਿਰਾਸ਼ਾ ਕੱਢੋ। ਹੁਣ ਜਿਹੜੀ ਸਿੰਘ ਦੀ ਗੱਲ ਦੱਸ ਰਿਹਾ, ਉਹ ਕਹਿੰਦਾ ਜੀ ਇਕੱਲੇ ਨਾ ਰਹਿਣਾ ਕੀ ਹੋਣਾ। ਅਰਦਾਸ ਦੇ ਵਿੱਚ ਅਸੀਂ ਰੋਜ਼ ਫਿਰ ਕਿਉਂ ਪੜ੍ਹਦੇ ਹਾਂ ਸਵੇਰੇ ਸ਼ਾਮ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਗੁਰੂ ਨੇ ਹੁਕਮ ਕੀਤਾ, ਭਾਈ ਸਿੱਖਾ ਤੂੰ ਰੋਜ਼ ਆਪਣੇ ਨਿਸ਼ਚੇ ਨੂੰ ਦੁਹਰਾਉਣਾ ਵਾ। ਇਸ ਨਿਸ਼ਚੇ ਨੂੰ ਦੁਹਰਾਉਣ ਦੇ ਨਾਲ ਤੁਸੀਂ ਪ੍ਰਾਪਤੀ ਦੇ ਨੇੜੇ ਹੁੰਦੇ ਹੋ। ਜੇ ਕੋਈ ਖਾਲਿਸਤਾਨ ਦੇ ਨਾਰੇ ਲਾਉਣ ਦਾ ਵਿਰੋਧ ਕਰੇ, ਉਸ ਦਾ ਪੈਰ ਇੱਥੇ ਹੀ ਵਿਰੋਧ ਕਰੋ। ਅਗਲੇ ਦਾ ਕੋਈ ਹੱਕ ਨਹੀਂ ਤੁਹਾਡਾ ਰੋਕਣ ਦਾ, ਤੁਹਾਡਾ ਹੱਕ ਹੈ ਆਪਣੀ ਗੱਲ ਕਹਿਣ ਦਾ। ਇੱਕ ਤਾਂ ਇਹ। ਦੂਜੀ ਗੱਲ ਨਿਰਾਸ਼ਾ ਦੀ। ਤੁਸੀਂ ਸਾਰਿਆਂ ਨੇ ਤੁਰ ਫਿਰ ਵਾਲਿਆਂ ਦੇ ਮੁਹਾਵਰਾ ਸੁਣਿਆ ਹੋਣਾ, ਕੋਈ ਪਿੱਛੇ ਨਹੀਂ ਆਉਂਦਾ ਹੁੰਦਾ, ਪਿੱਛੇ ਤੁਹਾਡੀਆਂ ਮੌਰਾਂ ਵਾ, ਤੁਹਾਡੀ ਪਿੱਠ ਹੈ ਤੇ ਤੁਹਾਡੀ ਪਿੱਠ ਤੇ ਗੁਰੂ ਖਲੋਤਾ। ਤੁਸੀਂ ਪਹਿਲੇ ਦਿਨ ਜਦੋਂ ਘਰੋਂ ਤੁਰਦੇ ਹੋ ਪੰਥ ਲਈ, ਤੁਹਾਨੂੰ ਕੋਈ ਸਦਾ ਨਹੀਂ ਨਾ ਆਇਆ ਤੇ ਨਾ ਹੀ ਸਦਾ ਆਉਂਦਾ। ਅੰਦਰੋਂ ਕੋਈ ਨਾ ਕੋਈ ਚੀਜ਼ ਫੁੱਟਦੀ ਆ, ਉਹ ਮਹਾਰਾਜ ਦੀ ਕਿਰਪਾ, ਤੁਸੀਂ ਤੁਰ ਪੈਂਦੇ ਹੋ। ਆਪਾਂ ਇੱਥੇ ਸਾਰੇ ਇਕੱਠੇ ਹੋਏ ਆ, ਆਪਣੇ ਕੰਮ ਛੱਡ ਕੇ ਆਏ। ਘਰ 'ਚ ਬਹੁਤ ਕੰਮ ਸੀ, ਐਤਵਾਰ ਦਾ ਦਿਨ ਆ, ਆਪਾਂ ਸੋਚਦੇ ਪਾਣੀ ਖਾ ਜਾਣਾ, ਪਰ ਨਹੀਂ, ਇਹ ਕੰਮ ਬਹੁਤ ਜ਼ਰੂਰੀ ਆ। ਇਹ ਤੁਹਾਡੇ ਰਾਜ ਭਾਗ ਦੀ ਗੱਲ ਆ, ਤੁਹਾਡੇ ਵਿਕਾਸ ਦੀ ਗੱਲ ਆ, ਤੁਹਾਡੇ ਪੂਰਨ ਖੇੜੇ ਦੀ ਗੱਲ ਆ। ਤੁਸੀਂ ਅੱਜ ਇਕੱਠੇ ਹੋਵੋਗੇ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੌਖੀਆਂ ਹੋ ਜਾਣਗੀਆਂ। ਉਹਨਾਂ ਦਾ ਸੋਚੋ, ਪਿੰਜਰੇ ਦੇ ਤੋਤੇ ਬਣ ਤੋਂ ਸਾਡੇ ਬੱਚੇ ਬਚਣਗੇ। ਇਸ ਕਰਕੇ ਆਜ਼ਾਦ ਹੋਣਾ ਬਹੁਤ ਜ਼ਰੂਰੀ ਆ। ਸਵਾਲ ਹੋ ਸਕਦਾ ਕਿ ਖਾਲਿਸਤਾਨ ਕਦੋਂ ਬਣੂਗਾ? ਇਸ ਸਮੇਂ ਦੇ ਗਰਭ 'ਚ ਬਸ਼ਰਤੇ ਸਾਡੇ ਖੜੇ ਰਹਿਣ ਦੀ ਲੋੜ ਆ। ਕਿਉਂ ਲੋੜ ਹੈ? ਇਸ ਕਰਕੇ ਲੋੜ ਆ, ਕੌਮਾਂਤਰੀ ਤਬਦੀਲੀਆਂ ਕਦੋਂ ਆ ਜਾਣ ਕੋਈ ਪਤਾ ਨਹੀਂ ਲੱਗਣਾ। ਤੁਸੀਂ ਖਲੋਤੇ ਹੋ ਕੇ ਤੇ ਗੱਲ ਕਰੋਗੇ ਨਾ, ਤੇ ਜੇ ਮੈਦਾਨ ਵੀ ਨਾ ਹੋਏ, ਮੈਦਾਨ ਛੱਡ ਕੇ ਢਾਂਚਾਗਤ ਤਰੀਕੇ ਨਾਲ ਜਿਵੇਂ ਸਾਡੀ ਹਿਜਰਤ ਹੋ ਰਹੀ ਹੈ ਸਿਸਟਮੈਟਿਕਲੀ, ਸਾਨੂੰ ਇੱਥੋਂ ਉਜਾੜਿਆ ਜਾ ਰਿਹਾ। ਕਿਸੇ ਦਾ ਕੈਨੇਡਾ ਦਾ ਵੀਜ਼ਾ ਲੱਗ ਜੇ ਤਾਂ ਇੰਨੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ। ਹੁਣ ਸੋਚੋ ਜਰਾ, ਇਹ ਗੱਲ ਬੜੀ ਵੱਖਰੀ ਲੱਗੂਗੀ। ਕੋਈ ਬੰਦਾ ਕੈਨੇਡਾ ਜਾਵੇ, ਸਭ ਤੋਂ ਚੰਗਾ ਮੁਲਕ ਉਹੀ ਮੰਨਿਆ ਜਾਂਦਾ ਅੱਜ ਦੇ ਸਮੇਂ 'ਚ, ਜਾਂ ਅਮਰੀਕਾ ਜਾਂ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, 4 ਮੁਲਕ ਜਿਹੜੇ ਉੱਤੇ ਮੰਨੇ ਜਾਂਦੇ ਆ। ਕੀ ਤੁਸੀਂ ਜਾਣਦੇ ਹੋ ਕੋਈ ਕੈਨੇਡਾ ਦਾ ਪੱਕਾ ਪਤਾ ਹੋਵੇ ਤੇ ਵਾਪਸ ਆ ਗਿਆ ਹੋਵੇ? ਨਹੀਂ। ਪਹਿਲੇ ਸਮਿਆਂ ਦੇ ਵਿੱਚ
ਉੱਥੇ ਜਦੋਂ ਰਹਿੰਦੇ ਆ ਤੀਸਰੀ ਪੀੜ੍ਹੀ ਦਾ ਕੀ ਹਾਲ ਹੋ ਜਾਂਦਾ, ਉਹਨਾਂ ਨੂੰ ਪੰਜਾਬੀ ਲਈ ਬਣਾ ਸਕਦੀ ਹੈ, ਉਹ ਗੱਲ ਨਹੀਂ ਰਹੀ। ਕੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਦੂਰ ਰਹਿ ਕੇ ਸਿੱਖ ਬਚ ਸਕਦਾ? ਮੇਰੇ ਹਿਸਾਬ ਤੇ ਨਹੀਂ। ਸੋ ਇਹ ਜਿਹੜਾ ਪ੍ਰਵਾਸ ਕਰਨਾ, ਤੁਸੀਂ ਜਾਓ, ਜੀ ਸਕੇ ਜਾਓ, ਵਾਪਸ ਆਓ, ਆਪਣੀ ਧਰਤੀ ਨੂੰ ਸਾਂਭੋ। ਸਾਨੂੰ ਇਹ ਗੱਲ ਵੀ ਲੋਕਾਂ ਦੇ ਆਪਣੇ ਚੋਂ ਮਨਾਂ ਚੋਂ ਕੱਢਣੀ ਪੈਣੀ ਆ। ਤੁਸੀਂ ਚੰਗੀ ਜ਼ਿੰਦਗੀ ਤਾਂ ਜਿਉ ਸਕਦੇ ਹੋ, ਸੋਹਣੀ ਸਫਾਈ 'ਚ ਰਹਿ ਸਕਦੇ ਹੋ, ਪੁਲਿਸ ਦੇ ਜ਼ਬਰ ਤੋਂ ਬਚ ਸਕਦੇ ਹੋ, ਪਰ ਗੁਰੂ ਤੋਂ ਟੁੱਟ ਜਾਓਗੇ, ਧਰਤੀ ਤੋਂ ਟੁੱਟ ਜਾਓਗੇ, ਮੌਤ ਆ ਜਾਊਗੀ। ਜਿਵੇਂ ਕਿ ਜਦੋਂ ਗੁਰੂ ਦਾ ਪੁੱਤ ਹੋਵੇ, ਗੁਰੂ ਦਾ ਸਿੱਖ ਹੋਵੇ, ਆਪਣਾ ਖੜਾ ਕੇਸ ਕਟਾ ਦੇ ਤੂੰ ਮੋਇਆ ਵਰਗੇ ਹੁੰਦਾ। ਇਹ ਸਾਰੀਆਂ ਗੱਲਾਂ ਜਿਉਣ ਦੇ ਰੂਪ 'ਚ ਆਪਾਂ ਵੇਖੀਏ। ਜਦੋਂ ਕੋਈ ਸਿੱਖ ਕੈਂਚੀ ਲਾ ਲੈਂਦਾ ਗਾੜੀ, ਉਹ ਗੁਰੂ ਵਾਲੇ ਪਾਸੇ ਪਿੱਠ ਕਰ ਲੈਂਦਾ। ਸਾਨੂੰ ਜਿਹੜਾ ਮੁਬਾਰਕ ਚਿਹਰਾ ਮਹਾਰਾਜ ਨੇ ਬਖਸ਼ਿਆ, ਅਸੀਂ ਇਹਦੀ ਸਲਾਮਤੀ ਰੱਖਣੀ ਆ, ਕਿਉਂਕਿ ਗੁਰੂ ਦਾ ਹੁਕਮ ਹੈ। ਇਹ ਗੱਲਾਂ ਇਹ ਸਾਰੀਆਂ ਇਕੱਠੀਆਂ ਚੱਲਦੀਆਂ, ਵਿਸ਼ੇ ਵੱਖ-ਵੱਖ ਹੁੰਦੇ ਆ। ਹੁਣ ਅਗਲੀ ਗੱਲ, ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨੈਰੇਟਿਵ ਬਣਾਉਣਾ, ਬਿਰਤਾਂਤ ਸਿਰਜਣਾ, ਉਹ ਬਹੁਤ ਵੱਡੀ ਗੱਲ ਆ। ਸਰਕਾਰੀ ਪ੍ਰਵਚਨ ਸਾਡੇ ਉੱਤੇ ਥੋਪੇ ਜਾਂਦੇ ਆ। ਉਹ ਕਿਵੇਂ? ਥੋੜੇ ਦਿਨ ਪਹਿਲਾਂ ਆਪਾਂ ਜਾਣਦੇ ਹਾਂ ਕਿ ਜਦੋਂ ਕਿਸਾਨੀ ਸੰਘਰਸ਼ ਕਾਫੀ ਜ਼ਿਆਦਾ ਚੜ੍ਹਤ ਵਿੱਚ ਸੀ, ਉਸ ਵੇਲੇ 3 ਹੱਲੇ ਵੱਖ-ਵੱਖ ਧਿਰਾਂ ਵੱਲੋਂ ਹੋ ਰਹੇ ਸਨ। 3 ਥਾਵਾਂ ਤੋਂ ਪਹਿਲਾ ਹੱਲਾ ਜਿਹੜਾ ਕਾਂਗਰੇਟਾਂ ਵੱਲੋਂ, ਲਿਬਰਲਸ ਵੱਲੋਂ, ਉਦਾਰਵਾਦੀ ਜਿਹੜੇ, ਤੇ ਤੀਜੇ ਰਾਸ਼ਟਰਵਾਦੀ। ਇਹ ਤਿੰਨੇ ਹੱਲਾ ਕਰ ਰਹੇ ਸਨ ਸਿੱਖੀ ਨੂੰ। ਉਦੋਂ ਹੋ ਕੇ ਜਦੋਂ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਕੇਸਰੀ ਪਰਚਮ ਝੁੱਲਿਆ, ਕੌਮ ਦਾ ਝੰਡਾ ਝੁੱਲਿਆ 238 ਸਾਲਾਂ ਬਾਅਦ। ਤਕਲੀਫ ਹੋਣੀ ਸੁਭਾਵਿਕ ਸੀ। ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਖੇੜੇ ਚ ਆ ਗਏ, ਪਰ ਤਕਲੀਫ ਜਿਹਨਾਂ ਨੂੰ ਹੋਈ, ਉਹਨਾਂ ਨੇ ਇਹੋ ਜਿਹਾ ਨੈਰੇਟਿਵ ਸਥਾਪਿਤ ਕੀਤਾ ਕਿ ਆਪਣੇ ਬੰਦੇ ਕਹਿਣ ਲੱਗ ਪਏ ਜਾਂ ਝੰਡਾ ਚੱਲਣਾ ਮਾੜੀ ਗੱਲ ਹੋਈ। ਉਸ ਸਮੇਂ ਦੀਪ ਸਿੱਧੂ ਦੀ ਬਾਤ ਗ੍ਰਿਫਤਾਰੀ ਹੋਈ, ਉਹ ਮਾਹੌਲ ਬਦਲਿਆ, ਸਾਡੀ ਗੱਲ ਉੱਤੇ ਆਈ। ਕੁਝ ਦਿਨ ਪਹਿਲਾਂ ਦੀਪ ਸਿੱਧੂ ਦਾ ਫੋਨ ਆਇਆ, ਕਹਿਣ ਲੱਗਾ ਤੁਹਾਡਾ ਧੰਨਵਾਦ ਕਿ ਮੇਰਾ ਸਾਥ ਦਿੱਤਾ, ਤੁਸੀਂ ਆਪਣੀ ਗੱਲ ਤੇ ਰਹੇ। ਮੈਂ ਕਿਹਾ ਨਹੀਂ, ਮੈਂ ਤੁਹਾਡਾ ਸਾਥ ਨਹੀਂ ਦਿੱਤਾ, ਮੈਂ ਸਿੱਖ ਨੈਰੇਟਿਵ ਦਾ ਸਾਥ ਦਿੱਤਾ। ਜਿਹੜਾ ਬਿਰਤਾਂਤ ਅਸੀਂ ਸਿਰਜਣਾ ਸੀ, ਦੀਪ ਸਿੱਧੂ ਦੇ ਬਹਾਨੇ ਸਿੱਖੀ ਨੂੰ ਨੱਪਿਆ ਜਾ ਰਿਹਾ ਸੀ, ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ, ਉਹਦਾ ਨੈਰੇਟਿਵ ਕੀ ਆ। ਜਦੋਂ ਉਸ ਦੀ ਗ੍ਰਿਫਤਾਰੀ ਹੋਈ, ਫਿਰ ਗੱਲ ਉੱਤੇ ਆਈ। ਮੈਂ ਉਹਨੂੰ ਦੱਸਿਆ ਕਿ ਸਮਰਪਿਤ ਹੋ ਕੇ ਅਸੀਂ ਇੰਨਾ ਨਿਰਭ ਕੇ ਕੰਮ ਕਰਦੇ ਹਾਂ। ਮੇਰੇ ਕੋਲ ਚੰਗੇ ਭਲੇ 4-5 ਸਾਧਨ ਤੇ ਸਮਾਜਿਕ ਮਾਧਿਅਮ ਤੇ, ਮੈਂ ਕਿਹਾ ਉਸ ਦਿਨ ਮੈਂ 28 ਪੋਸਟਾਂ ਮੇਰੇ ਹੱਥ 'ਚ ਪਾਈਆਂ। ਉਹ ਕਿਉਂ ਪਾਈਆਂ? ਮੈਨੂੰ ਲੱਗਦਾ ਸੀ ਵੀ ਇਹਦਾ ਗੱਲ ਕੀਤਿਆਂ ਸਿੱਖੀ ਦੀ ਗੱਲ ਉੱਤੇ ਹੋ ਰਹੀ ਹੈ। ਬੇਸ਼ੱਕ ਦੀਪ ਸਿੱਧੂ ਸਿੱਖੀ ਦਾ ਵਾਚਕ ਨਹੀਂ ਆ, ਉਸ ਦਾ ਰੂਪ ਹੋਰ ਤਰ੍ਹਾਂ ਦਾ ਆਪਾਂ ਜਾਣਦੇ ਹਾਂ, ਅਜੇ ਪ੍ਰਪੱਕ ਨਹੀਂ ਗਾ, ਪਰ ਉਹ ਜਦੋਂ ਜਿਹੜੇ ਇਮਾਨਦਾਰੀ ਦਿਖਾਉਂਦਾ ਸਿੱਖੀ ਪ੍ਰਤੀ, ਅਸੀਂ ਫਿਰ ਉਹਨੂੰ ਪਿਆਰ ਕਰਦੇ ਹਾਂ। ਇਸ ਤਰੀਕੇ ਨਾਲ ਗੱਲਾਂ ਬਦਲਦੀਆਂ, ਆਪਣੀ ਗੱਲ ਨੂੰ ਲਗਾਤਾਰ ਰੱਖਣਾ। ਹੁਣ ਜਿਵੇਂ ਪਰਸੋਂ ਦੀ ਗੱਲ ਆ, ਸੰਤ ਜਰਨੈਲ ਸਿੰਘ ਦੀ ਤਸਵੀਰ ਸਾਂਝੀ ਕਰਨ ਦੇ ਉੱਤੇ ਇੰਸਟਾਗ੍ਰਾਮ ਉਸ ਫੋਟੋ ਨੂੰ ਰੱਦ ਕਰ ਦਿਆ। ਉਹ ਕਹਿੰਦੇ ਜੀ ਜੇ ਤੁਸੀਂ ਇਹਨੂੰ ਵਾਰ-ਵਾਰ ਪਾਓਗੇ, ਤੁਹਾਡਾ ਖਾਤਾ ਬੰਦ ਕਰ ਦਿਆਂਗੇ। ਹੁਣ ਇਹਦੇ ਵਿੱਚ ਸਮਝੋ, ਹਿੰਦੂ ਮਨ ਨੂੰ ਤਕਲੀਫ ਹੋ ਰਹੀ ਹੈ। ਉਹ ਰਿਪੋਰਟਾਂ ਕਰਦੇ ਆ ਕਿ ਸੰਤਾਂ ਦੀ ਤਸਵੀਰ ਲੋਕਾਂ ਚਾਰੀ ਚੱਲਣ ਨਹੀਂ ਦੇਣੀ। ਫਿਰ ਇਹਦੇ ਬਦਲ ਦੇ ਵਿੱਚ ਸਾਡੇ ਕੋਲ ਕੋਈ ਹੋਰ ਹੱਲ ਹੈ ਨਹੀਂ। ਆਪਾਂ ਇਹਨੂੰ ਕੋਈ ਡਰ ਮਾਰ ਦਈਏ ਕਿ ਅਸੀਂ ਇਹ ਸਾਧਨ ਨਹੀਂ ਵਰਤਣੇ ਆ। ਪਰ ਮੈਂ ਦੱਸ ਰਿਹਾ, ਜਦੋਂ ਮੈਂ ਵਿਚਰਦਾ, ਅਸੀਂ ਹਰੇਕ ਪੋਸਟ ਉਸ ਪੱਧਰ ਤੇ ਪਾਉਂਦੇ ਆ ਕਿ ਇਹਦੇ ਨਾਲ ਸਾਡਾ ਪੇਜ ਉੱਡ ਜਾਣਾ ਹੈ। ਮੈਂ ਉਦਾਹਰਣ ਵਜੋਂ ਦੱਸਾਂ ਤਾਂ ਫੇਸਬੁੱਕ ਤੇ ਜਿਹੜਾ ਮੇਰਾ ਪੇਜ ਹੈ ਉਹਨੂੰ 1,40,000 ਬੰਦਾ ਪਸੰਦ ਕਰਦਾ, ਪਰ ਇਹਦੇ ਬਾਵਜੂਦ ਗੱਲ ਢਿੱਲੀ ਨਹੀਂ ਕਰਨੀ ਅਸੀਂ। ਹੁਣ ਗੱਲ ਮੋੜ-ਮੋੜ ਕਰ ਨਹੀਂ ਸਕਦੇ। ਹੁਣ ਜਿੱਥੇ ਗੱਲ ਖਾਲਸਾ ਜਿੰਦਾਬਾਦ ਦੀ ਆਉਂਦੀ, ਉਹਦੇ ਵਿਭਾਗ ਥੋੜਾ ਕਰ ਦੇਣਾ, ਉੱਥੇ ਖਾਲਸਾ ਨਹੀਂ ਆਉਣਾ। ਆਪਣੀ ਗੱਲ ਢੋ ਬੁਝਾ ਕੇ ਹੀ ਕਰਨੀ ਪੈਣੀ ਆ। ਇਹ ਚਾਹੇ ਸਾਨੂੰ ਕਿਸੇ ਰੂਪ ਦੇ ਵਿੱਚ ਬੀਜ ਬੰਦ ਕਰ, ਅਸੀਂ ਹੋਰ ਸਾਧਨ ਜ਼ਰੂਰ ਨਵੇਂ ਲੱਭਾਂਗੇ, ਉਹ ਬਾਅਦ ਦੀ ਗੱਲ ਆ। ਪਰ ਫਿਰ ਵੀ ਅਸੀਂ ਨਾਲ ਦੀ ਨਾਲ ਗੱਲਾਂ ਪੈਦਾ ਕਰੀਏ, ਕਿਤਾਬ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸਿੱਖਿਅਤ ਕਰੀਏ। ਆਪੋ ਆਪਣੇ ਇਲਾਕੇ ਦੇ ਵਿੱਚ ਛੋਟੇ ਬੱਚਿਆਂ ਨੂੰ ਗੁਰਬਾਣੀ, ਪਾਠ, ਕੀਰਤਨ, ਸੰਥਿਆ, ਸਿੱਖੀ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਬਾਰੇ ਦੱਸੀਏ। ਨਾਲ ਦੀ ਨਾਲ
शहीदां बारे दसीए। जदों साडे बच्चे सारा कुछ सीख जाणगे तां फिर 16-17 साल की उम्र तक पहुंच जाण सारा कुछ पता होगा। फिर बगाना प्रभाव साडे ते नहीं पै सकता। जे अपना प्रभाव ना पिया ते कच्चे रंग ते पूरा रंग चढ़ सकता वा। ललारियां दे कोल बीबियां भैणां चुन्नियां लैके जाणियां, कोई कह सकदा कि लाल रंग की चुन्नी दे उत्ते जिहड़ा रंग चढ़ जाए, नहीं चढ़ना। जे गूढ़ा रंग पहला ही चढ़ गया होया लाल रंग तां ओहदे उत्ते होर कोई रंग नहीं टिक सकना। अपने बच्चों वाल ध्यान देइए। बच्चों नूं घरां दे विचों सिक्खी दी गुट्टी देइए। दादियां नानियां मावां ਜਿਹੜੀਆਂ गुरु ਦੀਆਂ ਸਾਖੀਆਂ ਸੁਣਾਉਂਦੀਆਂ ਰਹੀਆਂ, ਐਂ ਲੱਗਦਾ कि ਉਹ ਮਾਹੌਲ ਅਲੋਪ ਹੋ ਗਿਆ। ਉਹਨੂੰ ਸਰਜੀਤ ਕਿਵੇਂ ਕਰਨਾ, ਨਾਲ ਦੀ ਨਾਲ ਆਪਣੇ ਯੋਧਿਆਂ ਦੀ ਗੱਲਾਂ ਦੱਸਣੀਆਂ, ਪੁਰਾਣੇ ਇਤਿਹਾਸ ਦੀਆਂ ਦੱਸਣੀਆਂ। 18ਵੀਂ ਸਦੀ ਤੋਂ ਸ਼ੁਰੂ ਹੋਈ ਗੱਲ संत बाबा जरनैल सिंह तक होनी है। बैदल दौरान गोली कांड के में शहीद हुए सिंघां तक होनी है। ये गुरु ग्रंथ साहब महाराज की बेदबी हुई, गुरु के सिख वाहिगुरु वाहिगुरु जापे सन। मौके की तत्काली बादल सरकार ने किवें गोलियां मार के ठीक करता, ये सारा कोई दसना पैना। जदों ये सारा कोई दसिया फिर साडे बच्चे परपक्क हो जाणगे, फिर वो मार नहीं खाणगे। आउण वाले समय दे विच जिवें जिवें गुरु महाराज की किरपा दे नाल ਅਸੀਂ ਖੜੇ ਹੋਣ ਜੋਗੇ ਹੋਵਾਂਗੇ ਜਾਂ ਖੜੇ ਹੋਵਾਂਗੇ ਤਾਂ ਬਰਕਤਾਂ ਤੁਹਾਡੀ ਝੋਲੀ 'ਚ ਪੈਣੀਆਂ। ਆਖਰ ਦੇ ਵਿੱਚ ਇੱਕ ਨਿੱਕੀ ਗੱਲ ਦੱਸਾਂ, ਕੋਈ ਤੁਹਾਡੀ ਕੌਮਾਂਤਰੀ ਪੱਧਰ ਤੇ ਮਦਦ ਤਾਂ ਕਰ ਸਕਦਾ ਜੇ ਤੁਸੀਂ ਮਦਦ ਲੈਣ ਦੇ ਯੋਗ ਹੋਗੇ। ਭਾਈ ਨਰੈਣ ਸਿੰਘ ਇਸ ਗੱਲ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਤੇ ਤੁਸੀਂ ਮੇਰਾ ਇਸ਼ਾਰਾ ਵੀ ਸਮਝ ਸਕਦੇ ਹੋ। ਮੈਂ ਮੁਲਕਾਂ ਦੀ ਮਦਦ ਦੀ ਗੱਲ ਕਰਦਾ। ਸੋ ਇੱਥੇ ਹੀ ਆਪਾਂ होर गल अगे थोड़ी बता रहा है, होर बोलना मैं कुछ गलत बोल गया होगा तो माफ करियो। बाकी आखिर एक बेनती होर करना रही है कि सानू लोड़ आ सिख इतिहास मौजूदा सिख इतिहास को सामभण की। 1984 के विचाले जो कुछ वापरिया उसकी डॉक्यूमेंटेशन दस्तावेजी नहीं हो सकी। जे हो सकी है तो बहुत थोड़ी है। रंज करके दे रहे सरदार भगवंत सिंह होई, उन्होंने कहना है सही है। पर आप गल करिए तो जिवें मैं इन्होंने मिले हफ्ते पहला इन्होंने दसिया कि अमृतसर की फौजी छावनी के विच जदों सिखां नूं गिरफ्तार करके एक कमरे च बंद किया गया सी, दरवाजा खुलिया, अफड़ा दफड़ी, पखे तो बिना लोग भुखे प्यासे मुड़को मुड़की हुए पे सन सिख। हुण जदों इस तरीके नाल दरवाजा खुलिया, वो एक दूजे दे उत्ते उलरे गांह डिगे ते सामने बैठे भारतीय फौज के एक सिपाही ने अनप्रभोत तरीके नाल बिना किसी उकसाहट के सीधियां गोलियां मारियां। छत्तियां दे विचों 35 सिख भारतीय फौज की छावनी दे विच कचहरी के कोल जिहड़ी सामने पैंदी आ 35 सिख उत्ते शहीद कर दिते। छत्तियां सिख जिहड़ा लाशां दे विच सारी रात पिया रहा। सवेरे इन्हां ने नवाया धवाया पासे कीता। वो 5 साल पहला अकाल चलाना कर गया। हुण जे 5 साल पहला अकाल चलाना कर गया तो अफसोस साडे वर्गे कारकुनां लई अफसोस, असीं उन्हां दी गल्लां नहीं समझ सके। फिर भी सरदार भगवंत सिंह अगे बंदे सानूं दस दिंदे आ, नहीं तो कई बंदे गल करदों झड़दे आ, छड्डो जी पुराणियां गल्लां की लभना, ओहो जे ना वाशना तो दूरी बनाओ। हाँ पक्की बंदियां दे नाल संग करो। जथेबंदक रूप दे विच एक हुंदा ढांचे रूप च जथेबंदक होना, पर हुण नोबलजीत सिंह उन्होंने मैं जथेबंदी का हिस्सा तो नहीं, पर मैनू इन्ना फिक्र तो चाहिए ना कि अज का समागम सोहने तरीके समाप्ति वाली बदे पंथ की गल चले तो मैनू मैं उस फिक्र में शामिल होवां कि तुसीं जथेबंदक ढांचे च बेशक ना भी होवो, सिख रूप के असीं जथेबंदी हाँ, असीं उस जथेबंदी नूं प्रमाण करिए। सो जिहड़ी गल मैं उदाहरण वजों कही है ना कि जे एक फौजी छावनी दे विच आ कुछ होया, डैरी के बंदे दे विच किताब जिहड़ी हरवीर सिंह भंवर दी आ ਉਹਦੇ ਵਿੱਚ ਗੱਲ ਲਿਖਦੇ ਆ, ਅਜਨਾਲੇ ਵਾਲੇ ਪਾਸੇ ਤੋਂ ਸਿੱਖਾਂ ਦਾ ਜਥਾ ਦਰਬਾਰ ਸਾਹਿਬਾਂ ਨੂੰ ਜਦੋਂ ਆ ਰਿਹਾ ਸੀ ਤੇ ਜਿੱਥੇ ਇੱਕ ਪੁਰਾਣੀ ਜੇਲ੍ਹ ਹੈ ਕੁਟਰਾਲੇ ਵਾਲੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਜਿਹੜੀ, ਉਹਦੇ ਅੱਗੇ ਵੀ ਤਕਰੀਬਨ 30 ਤੋਂ ਵਧੇਰੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਜੋ ਦਰਬਾਰ ਸਾਹਿਬ ਵੱਲ ਪੈ ਸਨ। ਇਹੋ ਜਿਹੀਆਂ ਚੀਜ਼ਾਂ ਸਾਂਭਣੀਆਂ ਬੜੀ ਲੋੜ ਬਣ ਚੁੱਕੀ ਆ। ਤੁਸੀਂ ਕੰਮ ਕਰ ਰਹੇ ਹੁੰਦਿਆਂ ਤੱਕ ਦੱਸ ਪਾ ਸਕਦੇ ਹੋ ਜਿਹੜੇ ਸਿੱਖ ਪੱਤਰਕਾਰੀ 'ਚ ਕੰਮ ਕਰ ਰਹੇ ਆ ਕਿ ਭਾਈ ਜੀ ਆਹ ਚੀਜ਼ ਨੂੰ ਸਾਂਭ ਲਓ, ਉਹ ਗੱਲਾਂ ਫਿਰ ਕੌਮ ਦਾ
ਇਤਿਹਾਸ ਬਣਦੀਆਂ। ਇਤਿਹਾਸ ਬੇਸ਼ੱਕ ਆਪਾਂ ਮੰਨਦੇ ਹਾਂ ਕਿ 100 ਸਾਲ ਬਾਅਦ ਨਿਖਰ ਕੇ ਰੂਪ 'ਚ ਸਾਹਮਣੇ ਆਉਂਦਾ, ਪਰ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਤਾਕਤ ਆ ਕਿ 37 ਸਾਲ ਪੁਰਾਣਾ ਇਤਿਹਾਸ ਜਿਹੜਾ ਉਹ ਐਂ ਲੱਗਦਾ ਕਿ ਜਿਵੇਂ 18ਵੀਂ ਸਦੀ ਦਾ ਜਾਂ 19ਵੀਂ ਸਦੀ ਦਾ। ਅਸੀਂ ਇੰਨੇ ਹੱਦ ਦਰਜੇ ਤੱਕ ਮਹਿਸੂਸ ਕਰਦੇ ਹਾਂ। ਅਸੀਂ ਇਸ ਮਹਿਸੂਸ ਕਰਨ ਦੀ ਦਰ ਨੂੰ ਹੋਰਾਂ ਤੱਕ, ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਸੋ ਇਹ ਸਭ ਕੁਝ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੋਣਾ। ਹੱਥ ਜੋੜ ਕੇ ਮਹਾਰਾਜ ਕੋਲੇ ਸਾਰੀਆਂ ਬਰਕਤਾਂ ਮੰਗੀਏ, ਮੱਥਾ ਟੇਕਦੇ ਹੋਏ ਗੁਰੂ ਕੋਲੋਂ ਰਾਜ ਭਾਗ ਮੰਗੀਏ, ਖਾਲਸਾ ਜੀ ਕੇ ਬੋਲ ਬਾਲੇ ਮੰਗੀਏ। ਫਿਰ ਇੱਕ ਦਿਨ ਬਰਕਤਾਂ ਜ਼ਰੂਰ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ।